Hello students. Today's our topic is diet or Zinner diet. ਸਟੂਡੈਂਟ ਅੱਜ ਦਾ ਟੌਪਿਕ ਆਪਣਾ ਆਪਾਂ ਡਾਇਟ ਲਾਸਟ ਟਾਈਮ ਕੀਤਾ ਸੀ, ਮੇਰੀ ਵੀਡੀਓ ਪਈ ਹੋਣੀ ਤੁਸੀਂ ਉਹ 'ਚੋਂ ਦੇਖ ਸਕਦੇ ਹੈਗੇ ਆ। ਅੱਜ ਦਾ ਟੌਪਿਕ ਆਪਣਾ ਜਿਨਰ ਡਾਇਟ ਆ, ਲੇਕਿਨ ਡਾਇਟ ਦੇ ਵਿੱਚ ਥੋੜ੍ਹਾ ਬਹੁਤ ਸਟਾਰਟਿੰਗ ਡਾਇਟ ਤੋਂ ਕਰਾਂਗੇ ਵੀ ਪਹਿਲਾਂ ਡਾਇਟ ਕੀ ਚੀਜ਼ ਹੁੰਦੀ ਹੈ। A diode is a specialized electronic component with two electrodes called the anode and the cathode. Most diodes are made with semiconductor materials such as silicon, germanium or selenium. ਜਿੱਦਾਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖਦੇ ਪਏ ਆ, ਡਾਇਡ ਕੀ ਹੁੰਦਾ ਹੈ। ਡਾਇਡ ਇੱਕ ਕੀ ਆ, ਸਪੈਸ਼ਲਾਈਜ਼ ਕੀ ਇਲੈਕਟ੍ਰੋਨਿਕ ਕੰਪੋਨੈਂਟ ਆ ਜਿਹਦੇ ਕਿ ਦੋ ਇਲੈਕਟ੍ਰੋਡ ਹੁੰਦੇ ਆ, ਜਿੱਦਾਂ ਕਿ ਏ ਅਤੇ ਕੇ ਲਿਖੇ। ਏ ਦਾ ਮਤਲਬ ਹੋ ਗਿਆ ਐਨੋਡ, ਕੇ ਦਾ ਮਤਲਬ ਕੈਥੋਡ। ਮੋਸਟ ਜਿਹੜੇ ਡਾਇਟਸ ਆ ਕਾਹਦੇ ਬਣੇ ਹੁੰਦੇ, ਸੈਮੀ ਕੰਡਕਟਰ ਮਟੀਰੀਅਲ ਦੇ ਬਣੇ ਹੁੰਦੇ ਸੱਚ ਐਜ਼ ਸਿਲੀਕਨ, ਜਰਮੇਨੀਅਮ ਔਰ ਸਿਲੇਨੀਅਮ। ਮਤਲਬ ਕਿ ਸੈਮੀ ਕੰਡਕਟਰ ਡਿਵਾਈਸ ਦੇ ਬਣੇ ਹੁੰਦੇ। ਆਪਾਂ ਤਿੰਨ ਚੀਜ਼ਾਂ ਕੀਤੀਆਂ ਸੀ, ਮੇਰੇ ਉਹ ਵੀ ਵੀਡੀਓ ਦੇਖ ਲਿਓ। ਉਹਦੇ ਵਿੱਚ ਆਪਾਂ ਇੱਕ ਇੰਸੂਲੇਟਰ ਕੀਤਾ ਸੀ, ਇੱਕ ਆਪਾਂ ਕੀਤਾ ਸੀਗਾ ਸੈਮੀ ਕੰਡਕਟਰ, ਇੱਕ ਕੰਡਕਟਰ। ਇੰਸੂਲੇਟਰ ਕੀ ਹੁੰਦੇ ਸੀਗੇ, ਜਿਨ੍ਹਾਂ ਵਿੱਚੋਂ ਕਰੰਟ ਪਾਸ ਨਾ ਕਰੇ ਉਹਨੂੰ ਆਪਾਂ ਇੰਸੂਲੇਟਰ ਕਹਿੰਦੇ ਆ। ਲਾਈਕ ਆਪਣਾ ਵੁੱਡ, ਗਲਾਸ, ਪਲਾਸਟਿਕ, ਰਬੜ, ਇਹ ਇੰਸੂਲੇਟਰ ਦੇ ਵਿੱਚ ਆਉਂਦੇ ਹੈਗੇ ਆ। ਅਤੇ ਕੰਡਕਟਰ ਕਿਹੜੇ ਹੁੰਦੇ ਜਿਨ੍ਹਾਂ 'ਚੋਂ ਕਰੰਟ ਈਜ਼ੀਲੀ ਪਾਸ ਕਰ ਜਾਵੇ ਉਹਨੂੰ ਆਪਾਂ ਕੰਡਕਟਰ ਕਹਿੰਦੇ ਆ। ਲਾਈਕ ਕੋਪਰ, ਗੋਲਡ, ਸਿਲਵਰ, ਆਇਰਨ, ਇਹ ਆਪਣਾ ਕਿਸ ਆ ਜਾਂਦੇ ਹੈਗੇ, ਕੰਡਕਟਰ ਦੇ ਵਿੱਚ ਆ ਜਾਂਦੇ ਹੈਗੇ ਆ। ਅਤੇ ਸੈਮੀ ਕੰਡਕਟਰ ਉਹ ਹੁੰਦੇ ਆ ਜਿਨ੍ਹਾਂ ਦੀ ਰਜਿਸਟਿਵਿਟੀ ਲਾਈ ਕਰਦੀ ਹੈਗੀ ਆ ਕੰਡਕਟਰ ਅਤੇ ਇੰਸੂਲੇਟਰ ਦੇ ਵਿਚਕਾਰ, ਅਤੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਸੈਮੀ ਕੰਡਕਟਰ ਕਹਿੰਦੇ ਹੈਗੇ। ਜਿੱਦਾਂ ਕਿ ਨਾਮ ਤੋਂ ਹੀ ਇੰਪਲੀਮੈਂਟ ਹੁੰਦਾ ਹੈ ਕਿ ਸੈਮੀ ਕੰਡਕਟਰ ਮਤਲਬ ਵੀ ਇੰਸੂਲੇਟਰ ਅਤੇ ਆਪਣੇ ਕੰਡਕਟਰ ਦੇ ਵਿੱਚ ਇਹਨਾਂ ਦੀ ਰਜਿਸਟਿਵਿਟੀ ਲਾਈ ਕਰਦੀ ਹੈਗੀ, ਉਹਨੂੰ ਆਪਾਂ ਕਹਿੰਦੇ ਸੈਮੀ ਕੰਡਕਟਰ ਕਹਿੰਦੇ। ਅਤੇ ਸੈਮੀ ਕੰਡਕਟਰ ਜਿਹੜੇ ਮਟੀਰੀਅਲ ਹੁੰਦੇ ਕਿਹੜੇ ਹੁੰਦੇ, ਸਿਲੀਕਨ, ਜਰਮੇਨੀਅਮ ਜਾਂ ਸਿਲੇਨੀਅਮ, ਜਾਂ ਹੋਰ ਵੀ ਆਪਣੇ ਹੁੰਦੇ ਆ, ਗਾਲੀਅਮ ਆਰਸੇਨਾਈਡ ਹੋ ਗਿਆ, ਬੋਰੋਨ ਹੋ ਗਿਆ, ਸਾਰੇ ਕੀ ਹੈਗੇ ਆ, ਸੈਮੀ ਕੰਡਕਟਰ ਮਟੀਰੀਅਲ। ਲੇਕਿਨ ਅਸੀਂ ਕੀ ਆ, ਵਾਈਡਲੀ ਸਿਲੀਕੋਨ ਅਤੇ ਜਰਮੇਨੀਅਮ ਹੀ ਯੂਜ਼ ਕਰਦੇ ਹੈਗੇ। ਹੁਣ ਆਪਾਂ ਜ਼ਿਨਰ ਡਾਇਟ ਬਾਰੇ ਪੜ੍ਹਨ ਜਾ ਰਹੇ। ਡਾਇਟ ਮੈਂ ਤੁਹਾਨੂੰ ਲਾਸਟ ਟਾਈਮ ਕਰਾ ਚੁੱਕਾ, ਤੁਸੀਂ ਦੇਖ ਸਕਦੇ ਹੈਗੇ। ਜ਼ਿਨਰ ਡਾਇਟ ਥੋੜ੍ਹੀ ਹਿਸਟਰੀ ਪੜ੍ਹ ਲਈ ਆਪਾਂ। Lawrence Melvin Zinner was the American physicist who first described the property concerning the breakdown of electrical insulators. These findings were later exploited by Bell Labs in development of Zinner diode, which was duly named after him. ਮਤਲਬ ਕਿ ਇੱਕ ਕਲੈਰੈਂਸ ਮਾਲਵਿਨ ਜ਼ੀਨਰ ਸੀਗਾ, ਉਹਨੇ ਆਪਣਾ ਇੱਕ ਆਪਣੀ ਡਿਸਕਵਰੀ ਕੀਤੀ ਸੀਗੀ, ਜਿਹਦੇ ਵਿੱਚ ਉਹਨੇ ਕਿਹੜੀ ਲੈਬ ਦੇ ਵਿੱਚ ਕੀਤੀ, ਬੈਲ ਲੈਬੋਰਟਰੀ ਦੇ ਵਿੱਚ। ਉਹਨੇ ਕੀ ਜ਼ਿਨਰ ਡਾਇਟ ਦੀ ਇੱਕ ਆਪਣੇ ਇਨਵੈਂਸ਼ਨ ਕੀਤੀ ਹੈਗੀ ਆ, ਠੀਕ ਆ। ਅਤੇ ਜ਼ਿਨਰ ਡਾਇਟ ਨਾਮ ਵੀ ਉਹਦਾ ਕੀ ਆ, ਆਫਟਰ ਉਹਦੇ ਕੀ ਆ, ਨਾਮ 'ਤੇ ਹੀ ਪੈਂਦਾ ਹੈਗਾ। ਹੁਣ ਜ਼ਿਨਰ ਡਾਇਟ ਹੁੰਦਾ ਕੀ ਹੈ, ਦੇਖੋ। Zinner diode. A Zinner diode is a type of diode that permits current not only in the forward direction like normal diode, but also in the reverse direction if the voltage is larger than the breakdown voltage, known as Zinner knee voltage or Zinner voltage. ਹੁਣ ਦੇਖੋ ਜ਼ਿਨਰ ਡਾਇਡ ਕੀ ਹੁੰਦਾ ਹੈ। ਜ਼ਿਨਰ ਡਾਇਡ ਉਹ ਹੁੰਦਾ ਆ ਜਿੱਦਾਂ ਕਿ ਨੋਰਮਲ ਡਾਇਟ ਹੁੰਦਾ, ਉਹ ਕੀ ਕਰਦਾ ਹੈ ਕਿ ਸਿਰਫ ਫੋਰਵਰਡ ਡਾਇਰੈਕਸ਼ਨ ਦੇ ਵਿੱਚ ਹੀ ਕੀ ਕਰਦਾ ਆ, ਵਰਕ ਕਰਦਾ ਹੈਗਾ, ਰਿਵਰਸ ਡਾਇਰੈਕਸ਼ਨ ਦੇ ਵਿੱਚ ਵਰਕ ਨਹੀਂ ਕਰਦਾ ਹੈਗਾ। ਜਿੱਦਾਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖਦੇ ਪਏ ਹੈਗੇ ਆ, ਜਿਹੜਾ ਜ਼ਿਨਰ ਡਾਇਟ ਆ ਉਹ ਕੀ ਕਰਦਾ ਹੈਗਾ, ਆਪਣਾ ਫੋਰਵਰਡ ਡਾਇਰੈਕਸ਼ਨ ਦੇ ਵਿੱਚ ਵੀ ਵਰਕ ਕਰਦਾ ਹੈਗਾ ਅਤੇ ਰਿਵਰਸ ਡਾਇਰੈਕਸ਼ਨ ਦੇ ਵਿੱਚ ਵੀ ਵਰਕ ਕਰਦਾ ਹੈਗਾ। ਅਤੇ ਜ਼ਿਨਰ ਡਾਇਟ ਦਾ ਸਿੰਬਲ ਕੀ ਹੈਗਾ, ਤੁਸੀਂ ਦੇਖਦੇ ਪਏ, ਸਿਮੈਟਿਕ ਸਿੰਬਲ ਆਫ ਜ਼ਿਨਰ ਡਾਇਟ। ਆਹ ਸਿੰਬਲ ਤੁਸੀਂ ਡਰਾ ਕਰ ਲਓ, schematic symbol of Zener diode. Red arrow shows the backward currents flow to but only past the Zener breakdown voltage. ਜਿਹੜੀ ਰਿਵਰਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਵੋਲਟੇਜ ਹੁੰਦੀ ਹੈ ਉਹਨੂੰ ਕੀ ਕਹਿੰਦੇ ਆ, ਬ੍ਰੇਕਡਾਊਨ ਵੋਲਟੇਜ ਕਹਿੰਦੇ ਆ, ਜ਼ਿਨਰ ਨੀ ਵੋਲਟੇਜ ਜਾਂ ਜ਼ਿਨਰ ਵੋਲਟੇਜ ਕਹਿੰਦੇ, ਜਿਹੜੀ ਰਿਵਰਸ ਡਾਇਰੈਕਸ਼ਨ ਦੇ ਵਿੱਚ ਫਲੋ ਕਰਦੀ ਹੈ। ਫਿਰ ਉਹੀ ਸਿਮੈਟ੍ਰਿਕ ਡਾਇਗਰਾਮ ਆ,
एनोड से कैथोड लिखता है एक जगह। The arrowhead on a Zener diode symbol points in the direction of forward current when the diode is forward biased. The Zener diode is normally operated in reverse breakdown, and the current direction is then from anode to cathode. मतलब कि कहता कि Zener diode नॉर्मली किच ऑपरेट करता है रिवर्स ब्रेकडाउन ਦੇ ਵਿੱਚ ਹੀ ऑपरेट करता क्योंकि नॉर्मल ਤਾਂ ਆਪਾਂ ਬਾਕੀ ਚੀਜ਼ਾਂ 'ਚ ਤਾਂ ਆਪਾਂ ਕੀ ਕਰਦੇ ਹੈਗੇ ਆ ਸਿੰਪਲ ਡਾਇਡ ਹੀ ਆਪਾਂ ਕੀ ਯੂਜ਼ ਕਰਦੇ ਹੈਗੇ ਆ। ਤੇ ਐਰੋਹੈਡ ਕੀ ਪੁਆਇੰਟ ਆਊਟ ਕਰਦਾ ਹੈਗਾ ਡਾਇਰੈਕਸ਼ਨ ਆਫ ਫੋਰਵਰਡ ਕਰੰਟ ਜਦੋਂ ਕੀ ਹੈ ਫੋਰਵਰਡ ਵਾਇਸ ਕੀਤਾ ਹੁੰਦਾ ਹੈ। Zener diode circuit. The most basic Zener diode circuit consists of single Zener diode and a resistor. The Zener diode provides a reference voltage, but a series resistor must be placed to limit the current into the diode. Otherwise, a large amount of current would flow through it and it could be destroyed. ਜਿੱਦਾਂ ਕਿ ਤੁਸੀਂ ਆਪਣਾ ਡਾਇਗਰਾਮ ਦੇਖਦੇ ਪਏ ਹੈਗੇ ਇਹਨੂੰ ਕੀ ਕਹਿੰਦੇ ਆ ਸਿੰਗਲ ਲਾਈਨ ਸਰਕਟ ਡਾਇਗਰਾਮ ਬਣਾਇਆ ਹੋਇਆ। ਇਹਦੇ ਵਿੱਚ ਆਪਾਂ ਇਨਪੁਟ ਵੋਲਟੇਜ V1 ਦਿੱਤੀ ਹੋਈ ਹੈ, ਇੱਕ Zener diode ਲਾਇਆ ਜਿੱਥੇ ਲਿਖਿਆ ਆਊਟਪੁੱਟ ਵੋਲਟੇਜ V2 ਤੇ ਉੱਪਰ ਇੱਕ ਰਜਿਸਟਰ R ਲਾਇਆ। ਰਜਿਸਟਰ ਤਾਂ ਕਿਉਂ ਲਾਇਆ ਹੋਇਆ ਇਹਨੂੰ ਆਪਾਂ ਰਜਿਸਟਰ ਇਸ ਲਈ ਇੱਥੇ ਲਾਇਆ ਕਿਉਂਕਿ ਆਪਾਂ ਕਰੰਟ ਨੂੰ ਕੀ ਆ ਲਿਮਿਟ ਕਰ ਸਕੀਏ। ਕਰੰਟ ਨੂੰ ਲਿਮਿਟ ਇਸ ਲਈ ਕਰਦੇ ਪਏ ਆ ਤਾਂ ਕਿ ਅਗਰ ਜ਼ਿਆਦਾ ਕਰੰਟ ਆ ਜਾਵੇ ਤਾਂ ਕੀ ਆਪਣਾ ਰਜਿਸਟਰ ਉਹਨੂੰ ਕੀ ਆ ਘੱਟ ਕਰ ਦੇਵੇ ਉਹਦੀ ਵੈਲਿਊ, ਨਹੀਂ ਤਾਂ ਕੀ ਹੈ Zener diode ਆਪਣਾ ਖ਼ਰਾਬ ਵੀ ਹੋ ਸਕਦਾ ਹੈਗਾ, ਡਿਸਟਰੋਇਡ ਵੀ ਹੋ ਸਕਦਾ ਹੈਗਾ। The value of the resistors to be calculated to give required value of current for supply voltage used। ਕਰੰਟ ਦੀ ਅਤੇ ਵੈਲਿਊ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਰਜਿਸਟਰ ਦੀ ਕਿੰਨੀ ਹੈਗੀ ਹੈ। ਕਰੰਟ ਆਪਾਂ ਨੂੰ ਪਤਾ ਹੁੰਦਾ V1 ਅਤੇ V2 ਦਾ ਆਪਾਂ ਡਿਫਰੈਂਸ ਕੱਢ ਲੈਣਾ ਅਤੇ ਆਹ ਫਾਰਮੂਲਾ ਲਾ ਕੇ ਕੀ ਆਪਾਂ ਕੀ ਆ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ ਰਜਿਸਟਰ ਦੀ। ਇਹ ਬੇਸਿਕ ਸਰਕਿਟ ਡਾਇਗਰਾਮ ਤੁਹਾਨੂੰ ਦੱਸਿਆ ਗਿਆ ਹੈਗਾ Zener diode ਦਾ। ਉਸ ਤੋਂ ਬਾਅਦ ਆਉਂਦਾ Zener diode ਫੋਰਵਰਡ ਵਾਇਸ। ਹੁਣ ਫੋਰਵਰਡ ਵਾਇਸ Zener diode ਕੀ ਕੰਮ ਕਰਦਾ ਸਭ ਤੋਂ ਪਹਿਲਾਂ ਡਾਇਗਰਾਮ ਦੇਖ ਲਓ। E ਨੂੰ ਆਪਾਂ ਪੋਜ਼ਿਟਿਵ ਟਰਮੀਨਲ ਨਾਲ ਕਨੈਕਟ ਕੀਤਾ ਹੈਗਾ, K ਨੂੰ ਆਪਾਂ ਨੈਗੇਟਿਵ ਟਰਮੀਨਲ ਨਾਲ ਕਨੈਕਟ ਕੀਤਾ ਹੈਗਾ। ਇਹ ਆਪਣਾ ਸਿੰਪਲ ਡਾਇਗਰਾਮ ਆ ਗਿਆ ਫੋਰਵਰਡ ਵਾਇਸ ਦਾ। When a Zener diode is forward bias, it operate as a normal diode। ਮਤਲਬ ਕਿ ਜਦੋਂ ਆਪਾਂ ਇਹਨੂੰ ਫੋਰਵਰਡ ਬਾਇਸ ਕਰਦੇ ਹਾਂ ਕੀ ਕਰਦਾ ਇਹ ਨੋਰਮਲ ਡਾਇਡ ਦੀ ਤਰ੍ਹਾਂ ਹੀ ਓਪਰੇਟ ਕਰਦਾ ਹੈਗਾ। ਇਹਨੂੰ ਫੋਰਵਰਡ ਬਾਇਸ P side connected to positive and N side connected to negative terminal of the battery. In this case, the electrons and the holes are swept across the junction and large current flows through it। ਮਤਲਬ ਕੀ ਕਹਿੰਦਾ ਕਿ ਫੋਰਵਰਡ ਸਾਈਡ ਉਹ ਦੱਸਿਆ ਤੁਹਾਨੂੰ P ਸਾਈਡ ਨੂੰ ਮਤਲਬ P ਸਾਈਡ ਇਹਦੇ ਵਿੱਚ ਤਾਂ A ਲਿਖਿਆ ਉਹ ਉੱਧਰ ਕੀ ਹੈ P ਸਾਈਡ ਆ, ਜਿਹਦਾ K ਲਿਖਿਆ ਉਹ N ਸਾਈਡ ਆ। P ਨੂੰ ਆਪਾਂ ਅਗਰ ਪੋਜ਼ੀਟਿਵ ਜੋੜੀਏ ਅਤੇ N ਨੂੰ ਆਪਾਂ ਨੈਗੇਟਿਵ ਜੋੜੀਏ ਤਾਂ ਕੀ ਹੋ ਜਾਂਦਾ ਹੈ ਫੋਰਵਰਡ ਬਾਇਸ ਹੋ ਜਾਂਦਾ ਹੈਗਾ। ਲੇਕਿਨ ਇਸ ਕੇਸ ਦੇ ਵਿੱਚ ਕੀ ਕਹਿੰਦਾ ਕਿ ਇਲੈਕਟ੍ਰੋਨਸ ਹੋਲ ਜਿਹੜੇ ਹੈਗੇ ਆਰ ਸਵੈਪਟ ਅਕਰੋਸ ਦਾ ਜੰਕਸ਼ਨ ਐਂਡ ਲਾਰਜ ਕਰੰਟ ਫਲੋਜ਼ ਥਰੂ ਇਟ। ਮਤਲਬ ਕਿ ਇਹ ਕੀ ਕਰਦੇ ਆ ਆਪਸ ਦੇ ਇੱਕ ਦੂਜੇ ਤੋਂ ਮੂਵ ਕਰ ਜਾਂਦੇ ਹੈਗੇ ਇਲੈਕਟ੍ਰੋਨਸ ਅਤੇ ਹੋਲਸ, ਅਤੇ ਜਿਹੜਾ ਕੀ ਆ ਕਰੰਟ ਕੀ ਹੁੰਦਾ ਲਾਰਜ ਕਰੰਟ ਫਲੋਜ਼ ਕੀ ਇੱਥੋਂ ਕਰਦਾ ਮੂਵ ਕਰਨਾ ਸ਼ੁਰੂ ਕਰ ਦਿੰਦਾ ਹੈਗਾ ਇਨ ਫੋਰਵਰਡ ਬਾਇਸ ਕੰਡੀਸ਼ਨ। ਹੁਣ ਆਪਾਂ ਰਿਵਰਸ ਬਾਇਸ ਦੀ ਗੱਲ ਕਰਦੇ ਹਾਂ। ਰਿਵਰਸ ਬਾਇਸ ਕੀ ਹੁੰਦਾ ਆ ਰਿਵਰਸ ਬਾਇਸ ਦੇ ਕੇਸ ਦੇ ਵਿੱਚ ਕੀ ਆ ਆਪਾਂ Zener diode ਨੂੰ ਉਲਟਾ ਫੜ ਲੈਣਾ ਹੈਗਾ, ਮਤਲਬ ਉਲਟਾ ਕਨੈਕਟ ਕਰ ਦੇਣਾ ਹੈਗਾ। K ਨੂੰ ਆਪਾਂ ਪੋਜ਼ੀਟਿਵ ਟਰਮੀਨਲ ਨਾਲ ਕਨੈਕਟ ਕਰ ਦੇਣਾ ਅਤੇ A ਨੂੰ ਆਪਾਂ ਨੈਗੇਟਿਵ ਟਰਮੀਨਲ ਨਾਲ ਕਨੈਕਟ ਕਰ ਦੇਣਾ। K ਦਾ ਮਤਲਬ ਹੋ ਗਿਆ ਇੱਥੇ N ਕਿਉਂਕਿ PN ਜੰਕਸ਼ਨ ਦੀ ਗੱਲ ਕਰੀਏ ਜੇ, ਅਤੇ A ਦਾ ਮਤਲਬ ਕੀ ਹੋ ਗਿਆ ਤੁਹਾਡਾ P ਹੋ ਗਿਆ, ਠੀਕ ਹੈ। ਇਨ ਕੇਸ ਆਫ ਰਿਵਰਸ ਬਾਇਸਡ ਕਰੰਟ ਪ੍ਰੈਕਟੀਕਲੀ ਜ਼ੀਰੋ। करंट बेसिकली करंट क्या होगा प्रैक्टिकली ज़ीरो होगा एट सर्टेन वोल्टेज विच कॉल्ड Zener वोल्टेज द करंट इंक्रीज शार्पली। सॉरी ਇਹਦੇ ਵਿੱਚ ਕੀ ਕਹਿੰਦਾ ਪਿਆ ਹੈਗਾ ਕਿ ਜਦੋਂ ਆਪਾਂ ਰਿਵਰਸ ਬਾਇਸ ਕਰਾਂਗੇ ਇੱਦਾਂ ਆਪਾਂ ਕਨੈਕਸ਼ਨ ਕਰਾਂਗੇ ਅਤੇ ਕਰੰਟ ਕੀ ਆ ਜ਼ੀਰੋ ਹੋਊਗਾ। ਜਦੋਂ ਆਪਾਂ ਕੀ ਆ
ਨੈਗੇਟਿਵ ਵੋਲਟੇਜ ਦੇਣੀ ਸ਼ੁਰੂ ਕਰਾਂਗੇ। ਨੈਗੇਟਿਵ ਵੋਲਟੇਜ ਦਾ ਮਤਲਬ ਕੀ ਹੈਗਾ, ਜਾਂ ਫਿਰ ਆਪਾਂ ਵੋਲਟੇਜ ਵਧਾਉਣੀ ਸ਼ੁਰੂ ਕਰਾਂਗੇ ਅਤੇ ਇੱਕ ਵੋਲਟੇਜ ਇੱਦਾਂ ਦੀ ਆਊਗੀ ਕਿ ਜਿੱਥੇ ਕੀ ਹੈ ਕਰੰਟ ਸ਼ਾਰਪਲੀ ਇਨਕਰੀਜ਼ ਕਰਨਾ ਸ਼ੁਰੂ ਹੋ ਜਾਊਗਾ ਇਨ ਰਿਵਰਸ ਡਾਇਰੈਕਸ਼ਨ। ਠੀਕ ਆ, ਉਹ ਚੀਜ਼ ਨੂੰ ਆਪਾਂ ਕੀ ਕਹਿੰਦੇ ਹੈਗੇ ਆ, ਬ੍ਰੇਕਡਾਊਨ ਰੀਜਨ ਕਹਿੰਦੇ ਆ। ਅਤੇ ਅੱਗੇ ਕੀ ਲਿਖਿਆ, ਈਚ ਜ਼ੀਨਰ ਡਾਇਡ ਹੈਜ਼ ਬ੍ਰੇਕਡਾਊਨ ਰੇਟਿੰਗ ਵਿਚ ਸਪੈਸੀਫਾਈ ਦਾ ਮੈਕਸੀਮਮ ਵੋਲਟੇਜ ਡੈਟ ਕੈਨ ਬੀ ਡਰੋਪਡ ਅਕਰੋਸ ਇਟ। ਅਤੇ ਹਰ ਇੱਕ ਜ਼ੀਨਰ ਡਾਇਡ ਕੀ ਆ, ਇੱਕ ਰੇਟਿੰਗ ਲਿਖੀ ਹੁੰਦੀ ਹੈ, ਬ੍ਰੇਕਡਾਊਨ ਰੇਟਿੰਗ ਲਿਖੀ ਹੁੰਦੀ ਵੀ ਤੁਸੀਂ ਉਹ ਪਰਟੀਕੂਲਰ ਲਿਮਿਟ ਤੱਕ ਹੀ ਵੋਲਟੇਜ ਇਨਕਰੀਜ਼ ਕਰ ਸਕਦੇ ਰਿਵਰਸ ਡਾਇਰੈਕਸ਼ਨ ਦੇ ਵਿੱਚ। ਅਗਰ ਤੁਸੀਂ ਉਹ ਪਰਟੀਕੂਲਰ ਲਿਮਿਟ ਤੋਂ ਵੀ ਕਰੋਸ ਕਰਤਾ ਤਾਂ ਤੁਹਾਡਾ ਓਬਵੀਅਸ ਦੀ ਗੱਲ ਆ, ਅਗਰ ਆਪਾਂ ਕੋਈ ਵੀ ਚੀਜ਼ ਹੱਦ ਨਾਲ ਜ਼ਿਆਦਾ ਕਰ ਦਈਏ ਤਾਂ ਉਹ ਚੀਜ਼ ਖਰਾਬ ਹੋ ਜਾਂਦੀ। ਇਸ ਕੇਸ ਦੇ ਵਿੱਚ ਵੀ ਇੱਦਾਂ ਹੀ ਹੋਊਗਾ, ਅਗਰ ਆਪਾਂ ਪਰਟੀਕੂਲਰ ਵੈਲਿਊ ਤੋਂ ਆਪਾਂ ਰਿਵਰਸ ਡਾਇਰੈਕਸ਼ਨ ਦੇ ਵਿੱਚ ਵੋਲਟੇਜ ਵਧਾਈ ਗਏ ਅਤੇ ਕੀ ਹੋਣੀ, ਇਹ ਖਰਾਬ ਹੋ ਜਾਣੀ ਹੈਗੀ। ਜ਼ੀਨਰ ਡਾਇਡ ਦੀ ਕੀ ਖਾਸੀਅਤ ਆ, ਆਹ ਸਾਡੇ ਸਾਹਮਣੇ ਹੈਗੀ, ਇਹ ਰਿਵਰਸ ਡਾਇਰੈਕਸ਼ਨ ਦੇ ਵਿੱਚ ਵੀ ਕੀ ਕਰਦਾ, ਵਰਕ ਕਰਦਾ ਹੈਗਾ। ਸਪੈਸ਼ਲ ਡਾਇਡ ਹੁੰਦਾ, ਇਹਨੂੰ ਇੱਕ ਦੂਜਾ ਨਾਮ ਵੀ ਕਹਿੰਦਾ ਸਪੈਸ਼ਲ ਡਾਇਡ ਵੀ ਹੁੰਦਾ। ਹੁਣ ਤੁਸੀਂ ਕਰੈਕਟਰਿਸਟਿਕਸ ਦੇਖੋ, ਕਰੈਕਟਰਿਸਟਿਕਸ ਇਹ ਕਿਹੜੀਆਂ ਹੁੰਦੀਆਂ, VI ਕਰੈਕਟਰਿਸਟਿਕਸ ਆਪਾਂ ਕਹਿੰਦੇ ਹਾਂ। ਬਿਕੋਜ਼ VF ਲਿਖਿਆ ਅਤੇ ਇੱਕ IF ਲਿਖਿਆ। VF ਦਾ ਮਤਲਬ ਹੀ ਹੋ ਗਿਆ ਫਾਰਵਰਡ ਵੋਲਟੇਜ ਐਂਡ IF ਦਾ ਮਤਲਬ ਹੀ ਹੋ ਗਿਆ ਫਾਰਵਰਡ ਕਰੰਟ। ਹੁਣ ਜ਼ੀਨਰ ਡਾਇਡ ਦੀ ਕਰੈਕਟਰਿਸਟਿਕਸ ਕੀ ਕਹਿੰਦੀ ਹੈਗੀ, ਦਾ ਫਿਗਰ ਸ਼ੋਜ਼ ਦਾ ਫਾਰਵਰਡ ਕਰੈਕਟਰਿਸਟਿਕਸ ਇਜ਼ ਸੇਮ ਐਜ਼ ਦੈਟ ਆਫ ਆਰਡੀਨਰੀ ਫਾਰਵਰਡ ਬਾਇਸ ਜੰਕਸ਼ਨ ਡਾਇਡ। ਮਤਲਬ ਕਿ ਸੇਮ ਉਹਦੇ ਵਰਗੀ ਹੈ, ਜਿਹਦੀ ਕਿਹਦੇ ਵਰਗੀ ਹੈ, ਆਰਡੀਨਰੀ ਡਾਇਡ ਵਰਗੀ ਇਹਦੀ ਕਰੈਕਟਰਿਸਟਿਕਸ ਹੈਗੀ ਹੈ। ਇਹ ਕੀ ਕਰਦਾ ਪਿਆ, ਪਹਿਲਾਂ ਕੀ ਹੈ, ਵੋਲਟੇਜ ਵਧਾਈ, ਕਰੰਟ ਨਹੀਂ ਵਧਿਆ, ਫਿਰ ਵਧਾਈ ਨਹੀਂ ਵਧਿਆ, ਫਿਰ ਵਧਾਈ, ਫਿਰ ਕੀ ਹੈ, ਸ਼ਾਰਪਲੀ ਇਨਕਰੀਜ਼ ਕਰਦਾ ਪਿਆ ਹੈਗਾ। ਕਿ ਜਿਹਦੇ ਵਿੱਚ ਸ਼ਾਰਪਲੀ ਇੱਕ ਜਗ੍ਹਾ 'ਤੇ ਆ ਕੇ ਕੀ ਆ, ਇਹ ਕਰਵ ਆ ਰਹੀ ਹੈਗੀ। ਨੋਟ ਇਹਨੂੰ ਕਰ ਲਓ ਤੁਸੀਂ। ਹੁਣ ਕੀ ਆ, ਆਪਾਂ ਜ਼ੀਨਰ ਡਾਇਡ ਕਰੈਕਟਰਿਸਟਿਕਸ ਕਰਦੇ ਹਾਂ, ਬ੍ਰੇਕਡਾਊਨ ਰੀਜਨ ਦੇ ਵਿੱਚ ਚੈੱਕ ਕਰਦੇ। ਥੋੜ੍ਹੀ ਜਿਹੀ ਪਹਿਲਾਂ ਪਿਕਚਰ ਮੈਂ ਜ਼ੂਮ ਕਰ ਦਵਾਂ ਇਹਨੂੰ। ਲਓ ਜੀ, ਇਹ ਆ ਗਿਆ ਜੀ ਮਾਈਕਰੋ ਐਂਪੀਅਰ ਦਾ। ਇਹ ਆਪਾਂ ਕਰੰਟ ਬਣਾਇਆ, ਇਹਨੂੰ ਆਪਾਂ ਤੁਸੀਂ ਲਿਖ ਸਕਦੇ IR ਕਹਿ ਸਕਦੇ, ਤਾਂ ਉਹਦੇ IF ਲਿਖਿਆ ਤੇ ਰਿਵਰਸ ਕਰੰਟ। ਇੱਥੇ ਕੀ ਹੈ, ਵੋਲਟੇਜ ਵੀ ਕੀ ਹੈ, ਰਿਵਰਸ ਦੇ ਸਕਦੇ ਹੈਗੇ। ਇੱਥੇ ਦੇਖਿਆ ਗਿਆ ਕਿ ਜਿੱਦਾਂ -1 ਕੀਤੀ ਕਰੰਟ ਥੋੜ੍ਹਾ ਜਿਹਾ ਵਧਿਆ, -2 ਵੋਲਟੇਜ ਕੀਤੀ ਥੋੜ੍ਹਾ ਜਿਹਾ ਵਧਿਆ। ਅਗਰ -3 ਜਦੋਂ ਵੋਲਟੇਜ ਕਰਨੀ ਹੈ ਬ੍ਰੇਕਡਾਊਨ ਰੀਜਨ ਨਾਲ, ਕਿ ਸ਼ਾਰਪਲੀ ਕਰੰਟ ਵੱਧਦਾ ਪਿਆ ਹੈਗਾ। ਇਹ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ, ਬ੍ਰੇਕਡਾਊਨ ਵੋਲਟੇਜ ਕਹਿੰਦੇ ਹੈਗੇ। In a reverse direction, however, there is a small leakage current between OV ਐਂਡ ਜ਼ੀਨਰ ਵੋਲਟੇਜ। ਮਤਲਬ ਉਹ ਕਿਹੜਾ ਹੋ ਗਿਆ, ਜਿੱਥੇ -1 ਲਿਖਿਆ ਉਹਦੇ ਨਾਲ ਹੀ ਜਿਹੜਾ ਪੁਆਇੰਟ ਆ, ਔਰ ਉਹਦਾ ਜਿੱਥੋਂ ਕਰੰਟ ਸਟਾਰਟ ਹੋ ਰਿਹਾ, ਕਰ ਸਟਾਰਟ ਹੋ ਰਹੀ, ਉਹਨੂੰ ਆਪਾਂ O ਨਾਮ ਦੇ ਦਿੱਤਾ ਹੈਗਾ, V ਨਾਮ ਦੇ ਦਿੱਤਾ ਹੈਗਾ। -3 ਵੋਲਟੇਜ ਤੱਕ ਜਿਹੜੀ ਚੀਜ਼ ਨੂੰ V ਨਾਮ ਦੇ ਦਿੱਤਾ, OV। ਡੈਟ ਇਜ਼ ਟਾਈਨੀ ਅਮਾਊਂਟ ਆਫ ਕਰੰਟ ਇਜ਼ ਏਬਲ ਟੂ ਫਲੋ, ਮਤਲਬ ਕਿ ਸਮੋਲ ਅਮਾਊਂਟ ਆਫ ਕਰੰਟ ਹੀ ਫਲੋ ਕਰਦਾ ਪਿਆ। ਦੈਨ ਵੈਨ ਦਾ ਵੋਲਟੇਜ ਰੀਚਿਜ਼ ਦਾ ਬ੍ਰੇਕਡਾਊਨ ਵੋਲਟੇਜ, ਜਦੋਂ ਵੋਲਟੇਜ ਕੀ ਆ, ਬ੍ਰੇਕਡਾਊਨ ਵੋਲਟੇਜ ਕੋਲ ਪਹੁੰਚ ਜਾਂਦੀ ਹੈ, ਸਡਨਲੀ ਕਰੰਟ ਫਲੋਜ਼ ਥਰੂ ਇਟ। ਮਤਲਬ ਕਿ ਲਾਰਜ ਕਰੰਟ ਫਲੋ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਹੈਗੀ ਹੈ ਜ਼ੀਨਰ ਡਾਇਡ ਦੀ ਕਰੈਕਟਰਿਸਟਿਕ ਇਨ ਰਿਵਰਸ ਡਾਇਰੈਕਸ਼ਨ। ਉਹ ਸੀ ਫਾਰਵਰਡ ਡਾਇਰੈਕਸ਼ਨ। ਪਿੱਛੇ ਆ ਕਿੱਥੇ ਆਪਾਂ ਫਾਰਵਰਡ ਕਰੈਕਟਰਿਸਟਿਕ ਸੀਗੀ ਆਪਣੀ, ਇਹ ਆਪਣੀ ਹੈਗੀ ਰਿਵਰਸ ਕਰੈਕਟਰਿਸਟਿਕਸ। ਹੁਣ ਇਹਨੂੰ ਕੰਬਾਈਨ ਵੀ ਆਪਾਂ ਦੇਖਾਂਗੇ, ਅੱਗੇ ਦੇਖੀਏ ਉਹਦੇ ਅਗਲੀ ਸਾਈਡਸ ਦੇ ਵਿੱਚ ਕੰਬਾਈਨ ਵੀ ਆਪਾਂ ਨੂੰ ਦੇਖਦੇ ਹਾਂ। ਪਹਿਲਾਂ ਆਹ ਚੀਜ਼ ਨੋਟ ਕਰ ਲਓ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ। ਲਓ ਜੀ, ਮੇਨ ਕਰੈਕਟਰਿਸਟਿਕਸ ਇਹ ਹੈ ਜਿਹੜੀ ਆਪਣੀ ਬਣਦੀ ਆ, ਪੇਪਰ ਦੇ ਵਿੱਚ ਵੀ ਆਉਂਦੀ ਹੈ, VI ਕਰੈਕਟਰਿਸਟਿਕਸ ਆਫ ਜ਼ੀਨਰ ਡਾਇਡ। ਆਹ ਤੁਸੀਂ ਦੇਖਦੇ ਪਏ ਆ ਜੀ ਜ਼ੀਨਰ ਡਾਇਡ ਦੀ ਫਾਰਵਰਡ ਵਾਇਸ। ਦੇਖੋ 0.3 ਤੇ 0.7 ਵੋਲਟ 'ਤੇ ਕੀ ਕਰਦੀ ਪਈ, ਅਗਰ
ਮਟੀਰੀਅਲ ਡਿਪੈਂਡ ਕਰਦਾ, ਅਗਰ ਮਟੀਰੀਅਲ ਕਿਹੜਾ ਲਾਇਆ। ਅਗਰ ਆਪਾਂ ਸਿਲੀਕਨ ਲਾਇਆ ਤਾਂ 0.3 ਤੇ ਕੰਡਕਟ ਕਰਨਾ ਸ਼ੁਰੂ ਕਰ ਦਿੰਦਾ ਫੋਰਵਰਡ ਸ਼ਾਰਪਲੀ। ਅਗਰ ਜਰਮੇਨੀਅਮ ਦਾ ਹੈਗਾ ਫਿਰ 0.7 ਜਾ ਕੇ ਕੀ ਆ ਇੱਦਾਂ ਦੀ ਡਾਇਰੈਕਸ਼ਨ ਆਊਗਾ। ਇਹ ਚੰਗੀ ਤਰ੍ਹਾਂ ਤੁਸੀਂ ਬੋਰਡ ਦੇ ਐਗਜ਼ਾਮ ਦੇ ਵਿੱਚ ਬਣਾ ਕੇ ਆਉਣੀ ਜਦੋਂ ਤੁਹਾਨੂੰ ਪੇਪਰ ਆਊਗਾ। ਇਹ ਹੈ VA ਕਰੈਕਟਰਿਸਟਿਕਸ ਆਫ ਜ਼ਿਨਰ ਡਾਇਟ। ਉੱਪਰ ਦੇ ਦਿੰਦੇ ਪਏ ਤੁਸੀਂ ਫੋਰਵਰਡ ਬਾਇਸ ਰੀਜਨ, ਨੀਚੇ ਤੁਸੀਂ ਦੇਖਦੇ ਪਏ ਹੈਗੇ ਆ ਜ਼ਿਨਰ ਬ੍ਰੇਕਡਾਊਨ ਰੀਜਨ। ਵਾਈ ਐਕਸਿਸ, ਐਕਸ ਐਕਸਿਸ ਜਿਹੜੀ ਹੋਰੀਜੈਂਟਲ ਲਾਈਨ ਨੂੰ ਆਪਾਂ ਐਕਸ ਐਕਸਿਸ ਕਹਿੰਦੇ, ਜਿਹੜੀ ਵਰਟੀਕਲ ਲਾਈਨ ਨੂੰ ਆਪਾਂ ਵਾਈ ਐਕਸਿਸ ਕਹਿੰਦੇ ਆ। ਜਿਹੜੀ ਹੋਰੀਜੈਂਟਲ ਲਾਈਨ ਆ ਉੱਥੇ ਕੀ ਆਪਾਂ ਕਰੰਟ, ਜਿਹੜੀ ਵਰਟੀਕਲ ਲਾਈਨ ਉੱਥੇ ਆਪਾਂ ਕਰੰਟ ਸ਼ੋਅ ਕੀਤਾ ਹੋਇਆ, ਜਿਹੜੀ ਹੋਰੀਜੈਂਟਲ ਲਾਈਨ ਉੱਥੇ ਆਪਾਂ ਕੀ ਕੀਤਾ ਹੋਇਆ ਵੋਲਟੇਜ ਸ਼ੋਅ ਕੀਤੀ ਹੋਈ ਹੈ। ਇੱਕ ਪਾਸੇ VF ਲਿਖਿਆ ਹੈ, ਇੱਕ ਪਾਸੇ VR ਲਿਖਿਆ ਹੋਇਆ। ਮੀਨਿੰਗ ਕੀ ਹੈਗਾ, VF ਮੀਨਸ ਫੋਰਵਰਡ ਵੋਲਟੇਜ, VR ਮੀਨਸ ਰਿਵਰਸ ਵੋਲਟੇਜ। ਉੱਪਰ ਲਿਖਿਆ ਫੋਰਵਰਡ ਕਰੰਟ IF, ਨੀਚੇ ਲਿਖਿਆ ਰਿਵਰਸ ਕਰੰਟ IR। ਠੀਕ ਆ, ਆਹ ਸਿੰਬਲ ਤੁਸੀਂ ਦੇਖਦੇ ਪਏ ਹੈਗੇ ਆ। ਦੋਨਾਂ ਵਿੱਚੋਂ ਕੋਈ ਵੀ ਸਿੰਬਲ ਬਣਾ ਸਕਦੇ ਤੁਸੀਂ। ਮੋਸਟ ਐਪਰੋਪਰੀਏਟ ਸੈਕਿੰਡ ਵਾਲਾ, ਸੈਕਿੰਡ ਵਾਲਾ ਵੀ ਡਰਾ ਕਰਕੇ ਆਈਓ ਸਿੰਬਲ। Notice that as the reverse voltage is increased, the leakage current remains constant until the breakdown voltage is reached, where the current increases dramatically। ਠੀਕ ਹੈ ਜੀ, ਮਤਲਬ ਤੁਸੀਂ ਕੀ ਨੋਟ ਕੀਤਾ ਕਿ ਰਿਵਰਸ ਕਰੰਟ ਵੀ ਕੀ ਜਦੋਂ ਹੁੰਦਾ ਆ, ਰਿਵਰਸ ਵੋਲਟੇਜ ਹੁੰਦੀ ਤਾਂ ਲੀਕੇਜ ਕਰੰਟ ਵੀ ਕੀ ਰਹਿੰਦਾ, ਕੌਨਸਟੈਂਟ ਰਹਿੰਦਾ ਹੈਗਾ। ਜਦੋਂ ਆਪਣੀ ਵੋਲਟੇਜ VZ ਦੇ ਕੋਲ ਪਹੁੰਚ ਜਾਂਦੀ ਹੈਗੀ ਅਤੇ ਕਰੰਟ ਕਿਹੜਾ ਇਨਕਰੀਜ਼ ਕਰਦਾ, ਡਰਾਮੈਟਿਕਲੀ ਇਨਕਰੀਜ਼ ਕਰਦਾ, ਉਹ ਸ਼ਾਰਪਲੀ ਇਨਕਰੀਜ਼ ਕਰਦਾ ਹੈ। ਹੁਣ ਆ ਜਾਂਦਾ ਹੈ, ਆਪਾਂ ਜ਼ਿਨਰ ਬ੍ਰੇਕਡਾਊਨ ਦੀ ਗੱਲ ਕਰ ਲਈਏ। ਇਹ ਉਹੀ ਜੰਕਸ਼ਨ ਆ, PN ਜੰਕਸ਼ਨ ਗੱਲ ਕੀਤੀ ਹੋਈ ਹੈਗੀ ਆਪਾਂ। ਹੁਣ ਇਹਦੇ ਵਿੱਚ ਆਪਾਂ ਨੈਗੇਟਿਵ ਰੀਜਨ ਦੀ ਗੱਲ ਕਰਨੀ ਹੈਗੀ। P ਨੂੰ ਆਪਾਂ ਕੀ ਨੈਗੇਟਿਵ ਸਪਲਾਈ ਦਿੱਤੀ, N ਨੂੰ ਆਪਾਂ ਕੀ ਹੈ ਪੋਜ਼ੀਟਿਵ ਸਪਲਾਈ ਦਿੱਤੀ ਹੈ। The Zener effect is a type of electrical breakdown in a reverse bias PN diode in which the electric field enables tunneling of electrons from the valence to conduction band of a semiconductor, leading to a large number of free minority carriers which suddenly increase the reverse current। ਇਹਨੂੰ ਆਪਾਂ ਕਹਿੰਦੇ ਜ਼ਿਨਰ ਬ੍ਰੇਕਡਾਊਨ ਕਹਿੰਦੇ ਹੈਗੇ ਆ। ਦ ਜ਼ਿਨਰ ਇਫੈਕਟ ਇਜ਼ ਅ ਟਾਈਪ ਆਫ ਇਲੈਕਟ੍ਰੀਕਲ ਬ੍ਰੇਕਡਾਊਨ ਇਨ ਏ ਰਿਵਰਸ ਬਾਇਸ PN ਜੰਕਸ਼ਨ in which the electric field enables tunneling of electrons from the valence to conduction band of semiconductor, leading to a large number of free minority carriers which suddenly increase the reverse current। ਮਤਲਬ ਕਿ ਜ਼ਿਨਰ ਇਫੈਕਟ ਕੀ ਹੁੰਦਾ ਹੈ ਕਿ ਜਦੋਂ ਬ੍ਰੇਕਡਾਊਨ ਰੀਜਨ ਦੇ ਵਿੱਚ ਕੀ ਕਰਦਾ ਇਹ, ਜਦੋਂ ਆਪਾਂ ਇਹ ਰਿਵਰਸ ਬਾਇਸ ਕਰੀਏ ਅਤੇ ਇਹਦੇ ਵਿੱਚ ਕੀ ਆ, ਇਲੈਕਟ੍ਰੋਨ ਜਿਹੜੇ ਵੇਲੈਂਸ ਤੋਂ ਕੰਡਕਸ਼ਨ ਬੈਂਡ ਦੇ ਵਿੱਚ ਜੰਪ ਕਰਨੇ ਸ਼ੁਰੂ ਕਰ ਦਿੰਦੇ ਹੈਗੇ ਆ। ਵਿੱਚ ਕੀ ਉਹਨੂੰ ਫਿਰ ਕੀ ਹੁੰਦਾ ਆ, ਜਿੱਥੇ ਕੀ ਆ ਜਿਹੜੇ ਮਾਈਨੋਰਿਟੀ ਕੈਰੀਅਰ ਹੁੰਦੇ ਆ ਫਰੀ ਹੋ ਜਾਂਦੇ ਹੈਗੇ ਆ, ਜਿਹਦੇ ਕਰਕੇ ਕਰੰਟ ਕੀ ਕਰਦਾ ਰਿਵਰਸ ਡਾਇਰੈਕਸ਼ਨ ਦੇ ਵਿੱਚ ਫਲੋ ਕਰਨਾ ਸ਼ੁਰੂ ਕਰ ਦਿੰਦਾ ਹੈਗਾ। ਬੇਸਿਕ ਪੈਰਾਮੀਟਰ ਕੀ ਹੈਗੇ ਆ ਜ਼ਿਨਰ ਡਾਇਡ ਦੇ। ਦ ਜ਼ਿਨਰ ਡਾਇਡ ਵੋਲਟੇਜ ਮਸਟ ਬੀ ਸਪੈਸੀਫਾਈਡ, ਮਤਲਬ ਕਿ ਆਪਾਂ ਨੂੰ ਸਪੈਸੀਫਾਈ ਕਰਨੀ ਪੈਣੀ ਹੈ ਕਿੰਨੀ ਹੁੰਦੀ ਹੈ ਜ਼ਿਨਰ ਡਾਇਡ ਵੋਲਟੇਜ। The most common range of Zener voltage is 3.3 to 75 volts. However, voltage out of this range are also available. Second point, a tolerance of the specified voltage must be stated. While the most popular tolerance are 5% and 10%, more precision tolerance as low as 0.05% are available. A test current IZ must be specified with the voltage and tolerance. The power handling capability must be specified for the Zener diode. Popular power range are 1/4, 1/2, 1, 5, 10 and 50 watts। ਇਹ ਤੁਸੀਂ ਕੀ ਨੋਟ ਕਰ ਲਓ, ਸਿੰਪਲ ਬੇਸਿਕ ਪੈਰਾਮੀਟਰ ਦਿੱਤੇ ਹੋਏ ਆ Zener diode ਦੇ। ਅੱਗੇ ਆਉਂਦਾ ਹੈ ਕਿ ਐਪਲੀਕੇਸ਼ਨ ਕਿੱਥੇ ਕਿੱਥੇ ਯੂਜ਼ ਆਪਾਂ ਇਹਨੂੰ Zener diode ਕਰਦੇ। ਮੋਸਟ ਕੀ ਹੈ Zener ਰੈਗੂਲੇਟਰ ਦੇ ਵਿੱਚ ਆਪਾਂ ਯੂਜ਼ ਕਰਦੇ ਹੈਗੇ ਆ, Zener ਕੰਪੈਰੇਟਰ ਤੇ ਯੂਜ਼ ਕਰਦੇ ਹੈਗੇ ਆ, Zener ਲਿਮਿਟਰ ਸੇ ਯੂਜ਼ ਕਰਦੇ, ਐਂਡ Zener ਇਨ ਪਾਵਰ ਸਪਲਾਈਜ਼ ਦੇ ਵਿੱਚ ਆਪਾਂ ਯੂਜ਼ ਕਰਦੇ ਹੈਗੇ। Zener ਰੈਗੂਲੇਟਰ ਕਿਹੜਾ ਹੁੰਦਾ, ਜਿਹੜਾ ਕਿ ਆਪਾਂ ਵੋਲਟੇਜ ਰੈਗੂਲੇਟਰ ਨੂੰ ਦੇ ਵਿੱਚ ਵੀ ਆਪਾਂ ਮੋਸਟਲੀ ਯੂਜ਼ ਕਰਦੇ ਹੈਗੇ ਆ, ਅਤੇ ਉਹ ਵੀ ਤੁਹਾਨੂੰ ਐਪਲੀਕੇਸ਼ਨ ਮੈਂ ਕਰਾਵਾਂਗਾ ਨੈਕਸਟ ਚੈਪਟਰ ਦੇ ਵਿੱਚ। ਫਿਲਹਾਲ ਦੀ ਘੜੀ ਆਪਣਾ ਟੋਪਿਕ ਇੰਨਾ ਹੀ ਸੀਗਾ।
ਕਿ ਜਿੰਦਲ ਡਾਇਟ ਕੀ ਆ, ਕਿੱਦਾਂ ਵਰਕ ਕਰਦਾ। BA ਕਰੈਕਟਰਿਸਟਿਕਸ ਦੀ ਮੋਸਟ ਇੰਪੋਰਟੈਂਟ ਹਮੇਸ਼ਾ ਇਹੀ ਆਉਂਦਾ ਕੁਐਸਚਨ ਆਉਂਦਾ, ਵਟ ਇਜ਼ ਜਿੰਦਲ ਡਾਇਟ, ਡਰਾ ਇਟਸ BA ਕਰੈਕਟਰਿਸਟਿਕਸ। ਸਿੰਪਲ ਇਹ ਵੀ ਆ ਸਕਦਾ। ਅਗਰ 10 ਮਾਰਕਸ ਦਾ ਆ ਗਿਆ, ਐਕਸਪਲੇਨ ਇਟਸ BA ਕਰੈਕਟਰਿਸਟਿਕਸ ਵਿਦ ਨੀਟ ਐਂਡ ਕਲੀਨ ਡਾਇਗਰਾਮ, ਮਤਲਬ ਉਹਨੂੰ ਐਕਸਪਲੇਨ ਵੀ ਕਰਨਾ ਪੈਣਾ BA ਕਰੈਕਟਰਿਸਟਿਕਸ ਨੂੰ। ਠੀਕ ਆ ਜੀ। Thank you students for watching my lecture. If you have any doubt, you can call me or WhatsApp me on this number. Okay guys, thanks.